ਸਾਂਝਾ ਟੀਵੀ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਆਪ ਸਭਨਾਂ ਦਾ ਖਾਸ ਮੁਲਾਕਾਤ ਵਿੱਚ ਨਿੱਘਾ ਸਵਾਗਤ। ਦੋਸਤੋ, ਜਿੱਥੇ ਅਸੀਂ ਕਿਸਾਨੀ ਸੰਘਰਸ਼ ਦੀਆਂ ਖਬਰਾਂ ਤੁਹਾਡੇ ਨਾਲ ਰੋਜ਼ਾਨਾ ਸਾਂਝੀਆਂ ਕਰਦੇ ਹਾਂ, ਉੱਥੇ ਬਹੁਤ ਸਾਰੇ ਉਹ ਸੱਜਣ ਵੀ ਹੈ ਜਿਹੜੇ ਕੈਨੇਡਾ ਆਉਣਾ ਚਾਹੁੰਦੇ ਹੈ ਪਰ ਕਿਸੇ ਨਾ ਕਿਸੇ ਕਾਰਨ ਫਸੇ ਹੋਏ ਹੈ। ਉਹਨਾਂ ਦੀ ਹਮੇਸ਼ਾ ਉਤਸੁਕਤਾ ਰਹਿੰਦੀ ਹੈ ਕਿ ਸਾਨੂੰ ਉਹ ਵੀ ਪੁਖਤਾ ਜਾਣਕਾਰੀ ਨਾਲੋਂ ਨਾਲ ਮਿਲਦੀ ਰਹੇ। ਅੱਜ ਇਸੇ ਜਾਣਕਾਰੀ ਨੂੰ ਮੁਹੱਈਆ ਕਰਵਾਉਣ ਦਾ ਯਤਨ ਕਰਾਂਗੇ ਤੇ ਅੱਜ ਅਸੀਂ ਸੱਦਾ ਦਿੱਤਾ ਹੈ CWC ਇਮੀਗ੍ਰੇਸ਼ਨ ਤੋਂ ਅਮਨ ਖਹਿਰਾ ਸਾਹਿਬ ਨੂੰ। ਉਹ ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ ਤੇ ਸ਼ੰਕੇ ਨਿਵਰਤ ਕਰਨਗੇ। ਆਓ ਇਸ ਤੋਂ ਪਹਿਲਾਂ ਕਿ ਉਹਨਾਂ ਦੇ ਨਾਲ ਮੁਕੰਮਲ ਤੌਰ ਤੇ ਰਸਮੀ ਤੌਰ ਤੇ ਗੱਲਬਾਤ ਨੂੰ ਅੱਗੇ ਤੋਰੀਏ, ਆਓ ਸਭ ਤੋਂ ਪਹਿਲਾਂ ਉਹਨਾਂ ਨੂੰ ਜੀਆਂ ਨੂੰ ਆਖਦੇ ਹਾਂ ਤੇ ਸਤਿ ਸ਼੍ਰੀ ਅਕਾਲ ਬੁਲਾਉਂਦੇ ਹਾਂ। ਬਾਈ ਜੀ, ਜੀਆਂ, ਸਤਿ ਸ਼੍ਰੀ ਅਕਾਲ। ਥੈਂਕ ਯੂ ਬਾਈ ਜੀ, ਸਤਿ ਸ਼੍ਰੀ ਅਕਾਲ। ਬਾਈ ਜੀ, ਜਿਸ ਤਰ੍ਹਾਂ ਆਪਾਂ ਵੇਖਦੇ ਹਾਂ ਕਿ ਹਰ ਇੱਕ ਵਿਅਕਤੀ ਦਾ ਕੋਈ ਨਾ ਕੋਈ ਵਿਸ਼ਾ ਹੁੰਦਾ, ਖੇਤਰ ਹੁੰਦਾ। ਹੁਣ ਮੈਂ ਵੇਖਦਾ ਹੁੰਦਾ ਇੱਕ ਰੋਜ਼ਾਨਾ ਜਿੱਥੇ ਕਿਸਾਨ ਸੰਘਰਸ਼ ਦੀਆਂ ਲੋਕ ਖਬਰਾਂ ਸੁਣਨਾ ਚਾਹੁੰਦੇ ਨੇ, ਉੱਥੇ ਫਲਾਈਟਸ ਬਾਰੇ ਜਾਣਕਾਰੀ ਤੇ ਨਾਲ ਇੱਕ ਅਹਿਮ ਸਵਾਲ ਹੁੰਦੇ ਨੇ ਕਿ ਯਾਰ ਮੇਰੇ ਤਾਂ ਵਿਆਹ ਕਰਾਏ ਨੂੰ ਸਾਲ ਹੋ ਗਿਆ, 6 ਮਹੀਨੇ ਹੋ ਗਏ, ਭਾਵੇਂ ਕੋਈ ਲੜਕਾ ਹੈ ਭਾਵੇਂ ਕੋਈ ਲੜਕੀ ਹੈ। ਉਹ ਸ਼ਿੱਦਤ ਦੇ ਨਾਲ ਉਡੀਕ ਕਰ ਰਹੇ ਹੈ ਕਿ ਪ੍ਰੋਸੈਸ ਪਹਿਲਾਂ ਤਾਂ ਇਹ ਦੱਸੋ ਕਿ ਇਸ ਕੋਵਿਡ ਦੇ ਕਾਰਨ ਇਹ ਪਹਿਲਾਂ ਨਾਲੋਂ ਲੰਬਾ ਹੋਇਆ ਜਾਂ ਪਹਿਲਾਂ ਵਾਂਗ ਚੱਲ ਰਿਹਾ ਜੀ? ਇਹ ਪ੍ਰੋਸੈਸ ਤਾਂ ਬਈ ਜੀ ਲੰਬਾ ਹੋਇਆ ਸੀ ਬਿਕੋਜ਼ ਪ੍ਰੋਸੈਸਿੰਗ ਡਿਲੇ ਹੋਣ ਦਾ ਰੀਜ਼ਨ ਵੀ ਇਹ ਸੀਗਾ ਕਿਉਂਕਿ ਪ੍ਰੋਸੈਸਿੰਗ ਜਿਹੜੀ ਕਿਊ ਸੀ ਉਹਦੇ ਵਿੱਚ ਜਿਹੜਾ ਵੇਟਿੰਗ ਟਾਈਮ ਸੀ ਉਹ ਵਧਣ ਕਰਕੇ ਬਿਕੋਜ਼ ਆਫਿਸਰਸ ਦੀ ਨਾ ਮੌਜੂਦਗੀ ਹੋਣ ਕਰਕੇ ਬਹੁਤ ਦੇਰ ਤਾਂ ਜਿਹੜੇ ਪ੍ਰੋਸੈਸ ਸਸਪੈਂਡਡ ਰਿਹਾ। ਸੋ ਵਰਲਡ ਵਾਈਡ ਸਸਪੈਂਡਡ ਰਿਹਾ। ਇਹ ਨਹੀਂ ਸਿਰਫ ਵੀ ਇੰਡੀਆ ਦੇ ਵਿੱਚ ਹੀ ਦੇਰੀ ਲੱਗੀ, ਈਵਨ ਜਿਹੜੇ ਇੰਟਰਨਲ ਆਫਿਸਿਸ ਦੇ ਵਿੱਚ ਵੀ ਕੇਸ ਲੱਗੇ ਹੋਏ ਸੀ ਉਹਨਾਂ ਵਿੱਚ ਵੀ ਦੇਰੀ ਆਈ ਹੈ। ਬਟ ਇੰਟਰਨਲ ਆਫਿਸਿਸ ਦੇ ਕੇਸਿਸ ਦੇ ਵਿੱਚ ਜੋ ਦੇਰੀ ਆਉਂਦੀ ਹੈ ਉਹ ਕੋਈ ਬਹੁਤ ਸੀਰੀਅਸ ਮੁੱਦਾ ਨਹੀਂ ਹੁੰਦਾ ਬਿਕੋਜ਼ ਜਿਹੜੇ ਸਪਾਊਸਿਸ ਕੈਨੇਡਾ ਦੇ ਵਿੱਚ ਆਲਰੇਡੀ ਆਏ ਹੋਏ ਨੇ ਉਹ ਆਲਰੇਡੀ ਉਹਨਾਂ ਕੋਲ ਪ੍ਰਿਵਿਲੇਜ ਹੁੰਦੀ ਹੈ ਵੀ ਉਹਨਾਂ ਕੋਲ ਓਪਨ ਵਰਕ ਪਰਮਿਟ ਹੁੰਦਾ ਤੇ ਕੈਨੇਡਾ ਦੇ ਵਿੱਚ ਉਹ ਕੰਮ ਕਰ ਸਕਦੇ ਨੇ ਕਿਸੇ ਵੀ ਇੰਪਲੋਇਰ ਦੇ ਨਾਲ ਔਰ ਆਪਣੇ ਜੀਵਨ ਸਾਥੀ ਦੇ ਨਾਲ ਰਹਿ ਸਕਦੇ ਨੇ ਇੱਕੋ ਛੱਤ ਦੇ ਥੱਲੇ। ਤਾਂ ਫਿਰ ਜਿਹੜੀ ਅਰਜੈਂਸੀ ਉਨੀ ਨਹੀਂ ਰਹਿੰਦੀ ਐਜ਼ ਕੰਪੇਅਰ ਟੂ ਜਿਹੜੇ ਸਪਾਊਸਿਸ ਕੈਨੇਡਾ ਤੋਂ ਬਾਹਰ ਨੇ। ਸੋ ਉਹਦੇ ਲਈ ਸਰਕਾਰ ਨੇ ਜਿਵੇਂ ਪਿਛਲੇ ਮਹੀਨੇ ਦੇ ਵਿੱਚ ਅਨਾਊਂਸਮੈਂਟ ਕੀਤੀ ਸੀ ਵੀ ਅਸੀਂ ਜਿਹੜੀ ਐਕਸਪੀਡਾਈਟਡ ਪ੍ਰੋਸੈਸ ਕਰਾਂਗੇ, ਜਿਹੜੇ ਸਪਾਊਸਿਸ ਨੇ ਉਹਨਾਂ ਨੂੰ ਕੈਨੇਡਾ ਛੇਤੀ ਲੈ ਕੇ ਆਵਾਂਗੇ ਔਰ ਦਸੰਬਰ ਮਹੀਨੇ ਤੱਕ 2020 ਤੱਕ ਅਸੀਂ 6000 ਐਪਲੀਕੇਸ਼ਨਾਂ ਪਰ ਮੰਥ ਜਿਹੜੀਆਂ ਨੇ ਪ੍ਰੋਸੈਸ ਕਰਾਂਗੇ, ਐਕਸਟਰਾ ਪ੍ਰੋਸੈਸ ਕਰਾਂਗੇ। ਨਾ ਟੋਟਲ ਜਿਵੇਂ 45000 ਉਹਨਾਂ ਨੇ ਕਿਹਾ ਸੀ ਵੀ ਬੈਕਲੌਗ ਅਸੀਂ ਫਿਨਿਸ਼ ਕਰਾਂਗੇ। ਨਾ ਇਹ ਫਿਗਰਸ ਨੇ ਬੜੇ ਅਨਰੀਅਲਿਸਟਿਕ ਫਿਗਰਸ ਨਹੀਂ। ਜਦ ਤੁਸੀਂ ਗੱਲ ਕਰਦੇ ਹੋ ਜਦ ਕੋਈ ਵੀ ਕੇਸ ਸਪੈਸ਼ਲੀ ਸਪਾਊਸਲ ਕੇਸ ਦੀ ਪੈਰਵਾਈ ਹੁੰਦੀ ਹੈ ਉਹ ਡਿਪੈਂਡ ਕਰਦਾ ਵੀ ਕਿਹੜੇ ਖਿੱਤੇ ਦੇ ਵਿੱਚ ਉਹ ਕੇਸ ਗਿਆ ਹੋਇਆ। ਫਰਜ਼ ਕੀਤਾ ਜੇ ਉਹ ਇੰਡੀਆ ਦੇ ਵਿੱਚ ਗਿਆ ਹੋਇਆ ਤਾਂ ਇੰਡੀਆ ਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ ਜਦੋਂ ਜੇਸਨ ਕੈਨੀ ਉਹਨਾਂ ਦੀ ਸਰਕਾਰ ਹੁੰਦੀ ਸੀ ਉਦੋਂ ਇਹ ਜਿਹੜੀ ਸ਼ੈਮ ਮੈਰਿਜਸ ਨੇ ਜਾਂ ਫੇਕ ਮੈਰਿਜਸ ਦਾ ਮੁੱਦਾ ਬਹੁਤ ਭਖਿਆ ਸੀ। ਕਈ ਵਾਰ ਤਾਂ ਦੋਨੇ ਪਾਰਟੀਜ਼ ਆਪਸ 'ਚ ਮਿਲੀਆਂ ਹੁੰਦੀਆਂ ਸੀ ਜਾਂ ਫਿਰ ਉਹਨਾਂ 'ਚੋਂ ਇੱਕ ਪਾਰਟੀ ਜਿਹੜੀ ਹੈ ਉਹ ਦੂਸਰੀ ਪਾਰਟੀ ਨੂੰ ਹਨੇਰੇ ਦੇ ਵਿੱਚ ਰੱਖਦੀ ਸੀ ਵੀ ਉਹ ਵਿਆਹ ਕਰਾ ਲੈਂਦੇ ਸੀ। ਸੋ ਜਿਹੜਾ ਸਪੋਂਸਰ ਹੈ ਉਹਨੂੰ ਇਹ ਲੱਗਦਾ ਸੀ ਵੀ ਇਹ ਜੈਨੂਇਨ ਮੈਰਿਜ ਹੈ, ਰਿਲੇਸ਼ਨਸ਼ਿਪ ਜੈਨੂਇਨ ਹੈ, ਪਰ ਉਹ ਰਿਲੇਸ਼ਨਸ਼ਿਪ ਦੇ ਵਿੱਚ ਚੇਂਜ ਆ ਜਾਂਦਾ ਸੀ ਜਦੋਂ ਕੋਈ ਸਪੋਂਸਰਡ ਸਪਾਊਸ ਕੈਨੇਡਾ ਦੇ ਵਿੱਚ ਲੈਂਡ ਕਰਦਾ ਸੀ। ਸੋ ਕੈਨੇਡਾ ਪਹੁੰਚਣ ਤੋਂ ਬਾਅਦ ਉਹਨਾਂ ਦਾ ਇਰਾਦਾ ਬਿਲਕੁਲ ਬਦਲ ਜਾਂਦਾ ਸੀ ਔਰ ਛੱਡ ਕੇ ਬਹੁਤ ਦਫਾ ਵੀ ਹੋਇਆ ਵੀ ਏਅਰਪੋਰਟ ਤੋਂ ਉਹ ਪਤਾ ਹੀ ਨਹੀਂ ਸੀ ਲੱਗਦਾ, ਬਿਲਕੁਲ ਘਰ ਵੀ ਨਹੀਂ ਗਏ ਜੀ। ਨਾ ਇਹ ਚੀਜ਼ ਨੂੰ ਜਦੋਂ ਇਹ ਮੁੱਦਾ ਉੱਠਿਆ ਸੀਗਾ ਤਾਂ ਸਰਕਾਰ ਨੇ ਇਹਦੇ ਵਿੱਚ ਸਭ ਤੋਂ ਵੱਡਾ ਚੇਂਜ ਲੈ ਕੇ ਆਂਦਾ ਸੀ ਵੀ ਜਿਹੜੀ ਕੱਲੀ ਜੈਨੂਇਨਨੈਸ ਨੂੰ ਟੈਸਟ ਨਹੀਂ ਕਰਨਾ, ਹੁਣ ਅਸੀਂ ਜਿਹੜਾ ਇਰਾਦਾ ਉਹਨੂੰ ਵੀ ਟੈਸਟ ਕਰਾਂਗੇ ਜੀ। ਸੋ ਦੋਨੇ ਜਿਹੜੀਆਂ ਚੀਜ਼ਾਂ ਨੇ, ਦੋਨੇ ਪ੍ਰੋਂਗਸ ਨੇ, ਜੈਨੂਇਨਨੈਸ ਐਂਡ ਇੰਟੈਂਟ ਆਫ ਬੋਥ ਦ ਪਾਰਟੀਜ਼, ਉਹਨਾਂ ਨੂੰ ਮਿਲਾ ਕੇ ਉਹਨਾਂ ਨੇ ਜਿਹੜਾ ਪ੍ਰੋਗਰਾਮ ਦੇ ਵਿੱਚ ਤਬਦੀਲੀ ਕੀਤੀ ਸੀ ਜੀ। ਸੋ ਇਸੇ ਕਰਕੇ ਜਿਹੜੀਆਂ 2011 ਤੋਂ ਬਾਅਦ ਵਾਲੀਆਂ ਐਪਲੀਕੇਸ਼ਨਸ ਨੇ ਉਹਨਾਂ ਦੇ ਜਿਹੜੇ ਫਿਲਟਰਸ ਨੇ ਉਹ ਬਹੁਤ ਬਰੀਕ ਫਿਲਟਰ ਸੀ ਜੀ। ਬਹੁਤ ਜ਼ਿਆਦਾ ਕੇਸਿਸ ਜਿਹੜੇ ਨੇ ਉਹ ਡਿਨਾਈ ਹੁੰਦੇ ਗਏ। ਨਾ ਹੁਣ ਜਦੋਂ ਇਹ ਸਰਕਾਰ ਨੇ ਅਨਾਊਂਸ ਕੀਤਾ ਕਾਨੂੰਨ ਦੇ ਵਿੱਚ ਕੋਈ ਤਬਦੀਲੀ ਨਹੀਂ ਹੈ, ਉਹਨਾਂ ਨੇ ਸਿਰਫ ਇਹ ਕਿਹਾ ਵੀ ਅਸੀਂ ਐਕਸਪੀਡਾਈਟ ਕਰਾਂਗੇ, ਫਾਸਟ ਕਰਕੇ ਉਹਨੂੰ ਪ੍ਰੋਸੈਸ ਕਰਾਂਗੇ। ਪਰ ਕਾਨੂੰਨ ਇੰਨਾ ਸਖਤ ਹੈ ਵੀ ਜਦੋਂ ਵੀਜ਼ਾ ਆਫਿਸਰ ਐਪਲੀਕੇਸ਼ਨ ਦੇ ਉੱਤੇ ਆਪਣਾ ਰਿਵਿਊ ਲਿਖਦਾ ਤਾਂ ਰਿਵਿਊ ਦੇ ਵਿੱਚ ਉਹ ਪਾਉਂਦਾ ਵੀ ਕਿਉਂਕਿ ਅਰੇਂਜ ਮੈਰਿਜਸ ਨੇ, ਮੋਸਟ ਆਫ ਦੈਮ ਆਰ ਅਰੇਂਜ ਮੈਰਿਜਸ, ਮੋਸਟ ਆਫ ਦੈਮ ਜਿਹੜੀ ਇਹ ਜਿਹੇ ਕੇਸਿਸ ਹੁੰਦੇ ਨੇ ਉਹਨਾਂ 'ਚ ਇਨਕੰਪੈਟੇਬਿਲਿਟੀ ਕਿਤੇ ਨਾ ਕਿਤੇ ਹੁੰਦੀ ਹੈ, ਚਾਹੇ ਏਜ ਨੂੰ ਲੈ ਕੇ ਜਾਂ ਪ੍ਰੀਵੀਅਸ ਮੈਰਿਟਲ ਸਟੇਟਸ ਨੂੰ ਲੈ ਕੇ ਇਨਕੰਪੈਟੇਬਿਲਿਟੀ ਹੁੰਦੀ ਹੈ। ਸੋ ਇਸ ਕਰਕੇ ਜਿਹੜਾ ਫਿਲਟਰ ਇੰਨਾ ਬਰੀਕ ਹੋ ਜਾਂਦਾ ਔਰ ਇਨਕੰਪੈਟੇਬਿਲਿਟੀਜ਼ ਹੁੰਦੀਆਂ ਨੇ ਕੇਸ ਦੇ ਵਿੱਚ ਤਾਂ ਜਿਹੜਾ ਕੇਸ ਹੈ ਉਹ ਡਿਸੀਜਨ ਸਟੇਜ ਤੱਕ ਫੇਰ ਨਹੀਂ ਪਹੁੰਚ ਪਾਉਂਦਾ ਜੀ। ਸੋ ਨਾਓ ਇਸ ਚੀਜ਼ ਨੂੰ ਓਵਰਕਮ ਕਰਨ ਦੇ ਲਈ
ਕਿਉਂਕਿ ਪਿਛਲੇ ਸਮੇਂ ਦੇ ਵਿੱਚ ਇੱਕ ਬਹੁਤ ਲੰਬੀ ਮੰਗ ਸੀ ਜੀ ਵੀ ਜੇ ਤੁਸੀਂ ਸਪਾਊਸਲ ਸਪਾਂਸਰਸ਼ਿਪ ਦੇ ਕੇਸ ਦੇ ਵਿੱਚ ਇੰਨੀ ਬਰੀਕੀ ਨਾਲ ਉਹਨੂੰ ਪਰਖਣਾ ਹੈਗਾ ਜੀ ਫਿਰ ਤੁਸੀਂ ਡਿਸੀਜਨ ਦੇਣਾ ਕਿਉਂਕਿ ਮੈਂ ਥੋੜਾ ਜਿਹਾ ਬੈਕਗ੍ਰਾਉਂਡ 'ਚ ਵੀ ਜਾਵਾਂ ਜੀ ਸਰਕਾਰ ਨੇ ਕੰਡੀਸ਼ਨਲ ਪਰਮਨੈਂਟ ਰੈਜ਼ੀਡੈਂਸੀ ਵੀ ਚਲਾਈ ਸੀ ਜੀ ਸਿਰਫ ਇਸ ਮੁੱਦੇ ਨੂੰ ਅਲੀਵੀਏਟ ਕਰਨ ਲਈ ਵੀ ਜਿਹੜਾ ਵੀਜ਼ਾ ਆਫਿਸਰ ਹੈ ਉਹਨੂੰ ਇਹ ਨਾ ਲੱਗੇ ਵੀ ਉਹ ਫੁੱਲ ਐਂਡ ਫਾਈਨਲ ਡਿਸੀਜਨ ਦੇ ਰਿਹਾ ਹੈ ਸਟਿਲ ਇੱਕ ਗ੍ਰੇਸ ਪੀਰੀਅਡ ਹੋਵੇ 2 ਇਅਰਸ ਦਾ ਜਦੋਂ ਸਪਾਂਸਰਡ ਸਪਾਊਸ ਕੈਨੇਡਾ ਦੇ ਵਿੱਚ ਲੈਂਡ ਕਰ ਜੇ ਤਾਂ ਉਸ ਸਮੇਂ ਦੇ ਵਿੱਚ ਜਿਹੜਾ ਸਪਾਂਸਰਡ ਸਪਾਊਸ ਹੈ ਉਹਨਾਂ ਦੀ ਜਿਹੜਾ ਰਿਲੇਸ਼ਨਸ਼ਿਪ ਹੈ ਉਹ ਵੀ ਟੈਸਟ 'ਤੇ ਰਹੇਗਾ ਜੇ 2 ਸਾਲਾਂ ਦੇ ਵਿੱਚ ਕਿਸੇ ਸਮੇਂ ਦੇ ਵਿੱਚ ਵੀ ਰਿਲੇਸ਼ਨਸ਼ਿਪ ਦੇ ਵਿੱਚ ਬਦਲਾਅ ਆਉਂਦਾ ਤਾਂ ਸਪਾਂਸਰਡ ਸਪਾਊਸ ਨੂੰ ਕੈਨੇਡਾ ਤੋਂ ਕੱਢਿਆ ਜਾ ਸਕਦਾ ਕਈ ਵਾਰੀ ਉਹਦੇ ਨਾਲ ਅਬਿਊਜ਼ ਵੀ ਹੋਇਆ ਯੈਸ ਇਹਦਾ ਇੱਕ ਕਾਊਂਟਰ ਇਫੈਕਟ ਇਹ ਵੀ ਸੀਗਾ ਕਿਉਂਕਿ ਅਬਿਊਜ਼ ਵੀ ਹੁੰਦਾ ਸੀ ਇੱਕ ਇਹ ਵੀ ਇੱਕ ਵੈਲਿਡ ਆਰਗੂਮੈਂਟ ਸੀ ਵੀ ਜਿਹੜਾ ਸਪਾਂਸਰਡ ਸਪਾਊਸ ਹੈ ਉਹ ਆਲਵੇਜ਼ ਫਿਰ ਦਬ ਕੇ ਰਹੂਗਾ ਕੈਨੇਡਾ ਦੇ ਵਿੱਚ ਕਿਉਂਕਿ ਉਹਨੂੰ ਇਹ ਲੱਗਦਾ ਵੀ ਉਹਨੂੰ ਕੱਢਿਆ ਜਾ ਸਕਦਾ ਕੈਨੇਡਾ ਤੋਂ ਤਲਵਾਰ ਲਟਕਦੀ ਸੀ ਦੇਸ਼ ਨਿਕਾਲੇ ਦੀ ਬਿਲਕੁਲ ਜੀ ਜੀ ਸੋ ਇਸ ਕਰਕੇ ਜਿਹੜੀ ਇਸ ਹੁਣ ਦੀ ਮੌਜੂਦਾ ਸਰਕਾਰ ਹੈ ਇਹਨਾਂ ਨੇ ਜਿਹੜਾ ਕੰਡੀਸ਼ਨਲ ਪਰਮਨੈਂਟ ਰੈਜ਼ੀਡੈਂਸੀ ਹੈ ਉਹਨੂੰ ਹਟਾਤਾ ਉਹ ਇਹੋ ਜਿਹੀ ਕੋਈ ਕੰਡੀਸ਼ਨ ਨਹੀਂ ਹੈ ਹੁਣ ਬਟ ਉਸ ਦੇ ਨਾਲ ਵੀਜ਼ਾ ਆਫਿਸਰ ਤੇ ਇੱਕ ਐਕਸਟਰਾ ਭਾਰ ਪੈਂਦਾ ਜਦੋਂ ਵੀ ਡਿਸੀਜਨ ਦਿੰਦਾ ਉਹ ਸੋਚਦਾ ਵੀ ਇਹ ਇੱਕ ਰਿਵੋਲਵਿੰਗ ਡੋਰ ਪਾਲਿਸੀ ਤਾਂ ਨਹੀਂ ਹੈ ਵੀ ਕਿਸੇ ਨੂੰ ਬੁਲਾਇਆ ਤਾਂ ਨਹੀਂ ਜਾ ਰਿਹਾ ਕੈਨੇਡਾ ਫਿਰ ਉਹਨੂੰ ਡਿਵੋਰਸ ਦੇ ਕੇ ਫਿਰ ਇੱਕ ਹੋਰ ਵਿਆਹ ਕੀਤਾ ਜਾਏਗਾ ਤੇ ਦੁਬਾਰਾ ਉਹਨਾਂ ਨੂੰ ਕੈਨੇਡਾ ਦਾ ਕਿਸੇ ਹੋਰ ਇੰਡੀਵਿਜੂਅਲ ਨੂੰ ਕੈਨੇਡਾ ਬੁਲਾਇਆ ਜਾਏਗਾ ਜੀ ਸੋ ਉਸ ਕਰਕੇ ਜਿਹੜੀ ਰਿਫਿਊਜ਼ਲ ਰੇਟ ਹੈ ਉਹ ਵੀ ਵੱਧਦਾ ਤੋ ਹੁਣ ਜਦੋਂ ਆਪਾਂ ਗੱਲ ਕਰ ਰਹੇ ਸੀ ਵੀ ਜਿਹੜੇ ਭਾਈ ਹੁਣ ਇੱਥੇ ਇਹਦੇ ਤੋਂ ਪਹਿਲਾਂ ਕਿ ਅਗਲੀ ਗੱਲ ਤੇ ਜਾਈਏ ਜਿਹੜਾ ਤੁਸੀਂ ਦੱਸਿਆ ਕਿ ਰਿਫਿਊਜ਼ਲ ਰੇਟ ਵੱਧਦਾ ਜੀ ਮੰਨ ਲਓ ਲੜਕਾ ਜਾਂ ਲੜਕੀ ਉਧਰ ਬੈਠਾ ਸੀ ਰਿਫਿਊਜ਼ ਹੋ ਗਿਆ ਜੀ ਉਹਦੇ ਕੋਲੇ ਇੱਕੋ ਹੀ ਵਾਰੀ ਅਪੀਲ ਕਰਨ ਦਾ ਹੱਕ ਹੁੰਦਾ ਅਧਿਕਾਰ ਹੁੰਦਾ ਜੇ ਅਪੀਲ ਵੀ ਰੱਦ ਕੀਤੀ ਜਾਂਦੀ ਹੈ ਇਹਨੂੰ ਥੋੜਾ ਵਿਸਥਾਰ ਨਾਲ ਦੱਸੋ ਕਿ ਕਈ ਵਾਰੀ ਲੋਕ ਟੁੱਟੇ ਬੈਠੇ ਆ ਜੀ ਸੀ ਅਪੀਲ ਦੇ ਬਈ ਜੀ ਕਈ ਪਰਤਾਂ ਨੇ ਅਪੀਲ ਕਰਨ ਦੀਆਂ ਤੇ ਜੁਰਿਸਡਿਕਸ਼ਨ ਦੇਖਣੀ ਹੁੰਦੀ ਹੈ ਤੁਸੀਂ ਵੀ ਕਿਸ ਕੋਰਟ ਦੇ ਵਿੱਚ ਤੁਸੀਂ ਅਪੀਲ ਦਾਇਰ ਕਰ ਸਕਦੇ ਹੋ ਜਿਹੜਾ ਸਪਾਊਸਲ ਸਪਾਂਸਰਸ਼ਿਪ ਐਪਲੀਕੇਸ਼ਨ ਹੈ ਉਹ ਜਦੋਂ ਪਾਰਟੀ ਹੈ ਜਿਵੇਂ ਤੁਸੀਂ ਇੱਕ ਵਿਆਹ ਕਰਾ ਲਿਆ ਵਿਆਹ ਹੋਣ ਤੋਂ ਬਾਅਦ ਤੁਹਾਡੀ ਇੰਟਰਵਿਊ ਹੋਈ ਜਾਂ ਬਿਨਾਂ ਇੰਟਰਵਿਊ ਤੋਂ ਤੁਹਾਨੂੰ ਰਿਫਿਊਜ਼ ਕਰਤਾ ਅੱਛਾ ਹਰੇਕ ਕੇਸ 'ਚ ਇੰਟਰਵਿਊ ਨਹੀਂ ਹੁੰਦੀ ਜ਼ਰੂਰੀ ਨਹੀਂ ਹੈ ਅੱਛਾ ਜ਼ਰੂਰੀ ਨਹੀਂ ਹੈ ਹਰੇਕ ਕੇਸ 'ਚ ਇੰਟਰਵਿਊ ਲਈ ਜਾਵੇ ਕਈ ਕੇਸਿਸ ਇੰਟਰਵਿਊ ਤੋਂ ਬਿਨਾਂ ਵੀ ਰਿਫਿਊਜ਼ ਹੋ ਜਾਂਦੇ ਨੇ ਜੀ ਜਦੋਂ ਤੁਸੀਂ ਐਪਲੀਕੇਸ਼ਨ ਦਾਇਰ ਕਰਦੇ ਹੋ ਤਾਂ ਤੁਹਾਨੂੰ ਇੰਟਰਵਿਊ ਜਾਂ ਇੰਟਰਵਿਊ ਤੋਂ ਬਿਨਾਂ ਜੇ ਰਿਫਿਊਜ਼ ਕਰਤਾ ਜਾਂਦਾ ਤਾਂ ਤੁਸੀਂ ਆਪਣੀ ਅਪੀਲ ਦਾਇਰ ਕਰ ਸਕਦੇ ਹੋ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ 'ਚ ਇੱਕ ਸਪੈਸ਼ਲ ਟ੍ਰਿਬਿਊਨਲ ਹੈ ਜਿਹੜਾ ਕਿ ਫਾਰਮ ਕੀਤਾ ਹੋਇਆ ਸਪੈਸ਼ਲੀ ਜਿਹੜੇ ਫੈਮਿਲੀ ਕਲਾਸ ਦੀਆਂ ਰਿਫਿਊਜ਼ਲਸ ਨੂੰ ਕੰਡਕਟ ਕਰਨ ਦੇ ਲਈ ਸਿਰਫ ਐਂਡ ਸਿਰਫ ਇਸ ਟ੍ਰਿਬਿਊਨਲ ਦੇ ਵਿੱਚ ਇਸ ਕੋਰਟ ਦੇ ਵਿੱਚ ਸਿਰਫ ਐਂਡ ਸਿਰਫ ਇਮੀਗ੍ਰੇਸ਼ਨ ਦੇ ਕੇਸ ਹੀ ਸੁਣੇ ਜਾਂਦੇ ਨੇ ਨਾਓ ਜੇ ਤੁਹਾਡਾ ਕੇਸ ਚਾਹੇ ਥਰੂ ADR ਆਲਟਰਨੇਟ ਡਿਸਪਿਊਟ ਰੈਜ਼ੋਲੂਸ਼ਨ ਜਿਹੜਾ ਕਿ ਇੱਕ ਇਨਫਾਰਮਲ ਪ੍ਰੋਸੈਸ ਹੈ ਅਪੀਲ ਨੂੰ ਰਿਜ਼ੋਲਵ ਕਰਨ ਦੇ ਲਈ ਉਸ ਦੇ ਵਿੱਚ ਨਿਕਲ ਜਾਵੇ ਜਾਂ ਫਿਰ ਫੁੱਲ ਹੀਅਰਿੰਗ ਤੇ ਜਾ ਕੇ ਜਿਹੜੇ ਜੱਜ ਨੇ ਜਾਂ ਮੈਂਬਰ ਆਫ ਦ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਨੇ ਤੁਹਾਡੇ ਫੇਵਰ 'ਚ ਡਿਸੀਜਨ ਦੇ ਦਿੰਦੇ ਨੇ ਤਾਂ ਫਿਰ ਤੁਹਾਡੇ ਜਿਹੜਾ ਕੇਸ ਆ ਉਹ ਰੀਓਪਨ ਹੋ ਜਾਂਦਾ ਪਰ ਜੇ ਤੁਹਾਡਾ ਫੈਸਲਾ ਉੱਥੇ ਨੈਗੇਟਿਵ ਹੋ ਜਾਂਦਾ ਤਾਂ ਤੁਸੀਂ ਵਾਪਸ ਅਬਿਊਜ਼ ਆਫ ਦ ਪ੍ਰੋਸੈਸ ਨਹੀਂ ਕਰ ਸਕਦੇ ਮੀਨ ਤੁਸੀਂ ਵਾਪਸ IAD ਦੇ ਵਿੱਚ ਇੱਕ ਵੱਖਰੀ ਅਪੀਲ ਨਹੀਂ ਦਾਇਰ ਕਰ ਸਕਦੇ ਕਿਉਂਕਿ ਤੁਹਾਡੇ ਉੱਤੇ ਜਿਹੜਾ ਰੈਸ ਜੁਡੀਕੈਟ ਆ ਉਹ ਅਪਲਾਈ ਹੋ ਜਾਂਦਾ ਇਟ ਮੀਨਸ ਤੁਸੀਂ ਪ੍ਰੋਸੈਸ ਨੂੰ ਅਬਿਊਜ਼ ਨਹੀਂ ਕਰ ਸਕਦੇ ਜੇ ਪਾਰਟੀ ਸੇਮ ਨੇ ਪ੍ਰੋਸੈਸ ਦੇ ਵਿੱਚ ਕੋਈ ਤਬਦੀਲੀ ਨਹੀਂ ਆਈ ਤਾਂ ਦੁਬਾਰਾ ਤੁਸੀਂ ਇੱਕ ਅਪੀਲ ਦਾਇਰ ਨਹੀਂ ਕਰ ਸਕਦੇ ਸੇਮ ਟ੍ਰਿਬਿਊਨਲ ਦੇ ਵਿੱਚ ਪਰ ਤੁਸੀਂ ਉਸ ਤੋਂ ਉੱਪਰਲੇ ਹਾਇਰ ਕੋਰਟ ਜਾ ਸਕਦੇ ਹੋ ਜਿਹੜਾ ਕਿ ਫੈਡਰਲ ਕੋਰਟ ਹੈ ਜਿੱਥੇ ਜਿਹਦੀ ਜੁਰਿਸਡਿਕਸ਼ਨ ਬਣਦੀ ਹੈ ਵੀ ਜੇ ਤੁਸੀਂ ਆਪਣੇ ਫੈਸਲੇ ਤੋਂ ਖੁਸ਼ ਨਹੀਂ ਹੋ ਤਾਂ ਫੈਡਰਲ ਕੋਰਟ ਦੇ ਵਿੱਚ ਜਾ ਕੇ ਤੁਸੀਂ ਜੁਡੀਸ਼ੀਅਲ ਰਿਵਿਊ ਜਿਹੜਾ ਤੁਸੀਂ ਕਰ ਸਕਦੇ ਹੋ ਪਰ ਜੇ ਫੈਡਰਲ ਕੋਰਟ ਤੋਂ ਵੀ ਤੁਸੀਂ ਕੇਸ ਹਾਰ ਜਾਂਦੇ ਹੋ ਤਾਂ ਵਾਪਸ ਤੁਸੀਂ ਦੁਬਾਰਾ ਜੇ ਐਪਲੀਕੇਸ਼ਨ ਫਾਈਲ ਕਰਨੀ ਹੈ ਤਾਂ ਤੁਹਾਡੇ ਕੋਲ ਬਹੁਤ ਇੱਕ ਸਿਗਨੀਫੀਕੈਂਟ ਜਿਹੜਾ ਕੰਪੈਲਿੰਗ ਰੀਜ਼ਨ ਚਾਹੀਦਾ ਟੂ ਓਵਰਕਮ ਜਿਹੜੀ ਪ੍ਰੀਵੀਅਸ ਰਿਫਿਊਜ਼ਲ ਹੈ ਜੇ ਉਹ ਕੰਪੈਲਿੰਗ ਰੀਜ਼ਨ ਨਹੀਂ ਹੈ ਤਾਂ ਤੁਹਾਡਾ ਕੇਸ ਜਿਹੜਾ ਹੈਗਾ ਕਿਉਂਕਿ ਜਿਵੇਂ ਮੈਂ ਕਿਹਾ ਸੀ ਪ੍ਰਿੰਸੀਪਲ ਆਫ ਰੈਸ ਜੁਡੀਕੈਟਾ ਜਿਹਦੇ ਵਿੱਚ ਤੁਹਾਡਾ ਕੇਸ ਦੇ ਉੱਤੇ ਸੁਣਵਾਈ ਨਹੀਂ ਹੋ ਸਕਦੀ ਕਿਉਂਕਿ ਡਿਸੀਜਨ ਔਨ ਡਿਸੀਜਨ ਨਹੀਂ ਬਣਾਇਆ ਜਾ ਸਕਦਾ ਸਪੈਸ਼ਲੀ ਜੇ ਹਾਇਰ ਕੋਰਟ ਨੇ ਉਹਦੇ ਤੇ ਆਲਰੇਡੀ ਕੇਸ ਦੇ ਉੱਤੇ ਡਿਸੀਜਨ ਹੋ ਗਿਆ ਨਾਓ ਜਦੋਂ ਜਿਹੜੀ ਹੁਣ ਸਪੈਸ਼ਲੀ ਰਾਇਤ ਦਿੱਤੀ ਹੈ ਇਮੀਗ੍ਰੇਸ਼ਨ ਮਹਿਕਮੇ ਨੇ ਉਹ ਰਾਇਤ ਦਿੱਤੀ ਹੈ ਜਿਹੜੇ ਸਪਾਊਸਲ ਸਪਾਂਸਰਸ਼ਿਪ ਦੇ ਕੇਸ ਨੇ ਉਹਨਾਂ ਦੇ ਵਿੱਚ ਇੱਕ ਜਿਹੜੀ ਡਿਊਲ ਇੰਟੈਂਟ ਹੈ ਮੈਂ ਥੋੜਾ ਐਕਸਪਲੇਨ ਕਰਨਾ ਚਾਹੂੰਗਾ ਵੀ ਡਿਊਲ ਇੰਟੈਂਟ ਕੀ ਹੁੰਦਾ ਜਦੋਂ ਵੀ ਤੁਸੀਂ ਕੋਈ ਐਪਲੀਕੇਸ਼ਨ ਦਾਇਰ ਕਰਦੇ ਹੋ ਕੈਨੇਡਾ ਆਉਣ ਦੇ ਲਈ ਚਾਹੇ ਉਹ ਪੱਕੇ ਤੌਰ ਤੇ ਕੈਨੇਡਾ ਦੀ ਇਮੀਗ੍ਰੇਸ਼ਨ ਮੰਗਦੇ ਹੋ ਜਾਂ ਤੁਸੀਂ ਕੱਚੇ ਤੌਰ ਤੇ ਕੈਨੇਡਾ ਦੀ ਇਮੀਗ੍ਰੇਸ਼ਨ ਮੰਗਦੇ ਹੋ ਤਾਂ ਤੁਸੀਂ ਇਰਾਦੇ ਨੂੰ ਪਹਿਲਾਂ ਡਿਫਾਈਨ ਕਰਨਾ ਹੁੰਦਾ ਜੇ ਤੁਸੀਂ ਕੱਚੇ ਤੌਰ ਤੇ ਕੈਨੇਡਾ ਆਉਣ ਦੀ ਪਰਮਿਸ਼ਨ ਮੰਗਦੇ ਹੋ ਚਾਹੇ ਵਿਜ਼ਿਟਰ ਹੈ ਸਟੂਡੈਂਟ ਹੈ ਜਾਂ ਕਿਸੇ ਹੋਰ ਕੈਟਾਗਰੀ ਦੇ ਵਿੱਚ ਤੁਸੀਂ ਕੈਨੇਡਾ ਆਉਣਾ ਚਾਹੁੰਦੇ ਹੋ ਜਾਂ ਵਰਕ ਪਰਮਿਟ ਹੋ ਗਿਆ
ਤਾਂ ਉਸ ਸਮੇਂ ਤੁਸੀਂ ਵੀਜ਼ਾ ਆਫਿਸਰ ਨੂੰ ਆਪਣਾ ਇਰਾਦਾ ਐਸਟੈਬਲਿਸ਼ ਕਰਨਾ ਵੀ ਤੁਸੀਂ ਇੱਕ ਟੈਂਪਰੇਰੀ ਤੌਰ ਤੇ ਕੈਨੇਡਾ ਚੱਲਿਓ। ਜਦੋਂ ਤੁਸੀਂ ਕੋਈ ਟੈਂਪਰੇਰੀ ਤੌਰ ਤੇ ਕੈਨੇਡਾ ਦੇ ਵਿੱਚ ਆਉਂਦਾ ਇੰਡੀਵਿਜੂਅਲ ਤਾਂ ਉਹਨੇ ਦੱਸਣਾ ਪੈਂਦਾ ਵੀ ਉਹਦਾ ਪਲਾਨ ਕੀ ਹੈ, ਪਰਪਸ ਕਿਸ ਕੰਮ ਲਈ ਆ ਰਹੇ ਨੇ ਤੇ ਕਿੰਨੀ ਦੇਰ ਉਹ ਕੈਨੇਡਾ ਦੇ ਵਿੱਚ ਰਹਿਣਗੇ, ਉਹਨਾਂ ਕੋਲ ਕੀ ਹੈ ਫਾਈਨੈਂਸ਼ੀਅਲ ਐਬਿਲਿਟੀ ਹੈ ਉੱਥੇ ਰਹਿਣ ਦੇ ਲਈ, ਹੋਸਟ ਉਹਨਾਂ ਦਾ ਕੌਣ ਹੈ, ਰਹਿਣ ਦੀ ਜ਼ਿੰਮੇਵਾਰੀ ਕੌਣ ਲੈ ਰਿਹਾ। ਤੇ ਇਸ ਤੋਂ ਇਲਾਵਾ ਕੀ ਸਭ ਤੋਂ ਵੱਡਾ ਜਿਹੜਾ ਟੈਸਟ ਹੁੰਦਾ ਉਹ ਧਾਰਾ 179 ਹੈ, ਜਿਹਦੇ ਕਰਕੇ ਮੈਜੋਰਟੀ ਆਫ ਕੇਸ ਫੇਲ ਹੋ ਜਾਂਦੇ ਨੇ ਵੀ ਕੀ ਪ੍ਰੋਬੇਬਿਲਿਟੀ ਹੈ ਵੀ ਇੰਡੀਵਿਜੂਅਲ ਕੈਨੇਡਾ ਨੂੰ ਛੱਡ ਕੇ ਚਲਾ ਜਾਏਗਾ। ਜਦੋਂ ਵੀ ਈਦਰ ਕੈਨੇਡੀਅਨ ਗਵਰਨਮੈਂਟ ਉਹਨੂੰ ਕਹੇ ਜਾਣ ਲਈ ਜਾਂ ਖੁਦ ਉਹਦਾ ਜਿਹੜਾ ਸਟੇਟਸ ਉਹ ਐਕਸਪਾਇਰ ਹੋ ਜੇ, ਕੀ ਉਹ ਟੈਸਟ ਪਾਸ ਕਰ ਜਾਏਗਾ ਵੀ ਵਾਪਸ ਜਾਣ ਦਾ ਜਿਹੜਾ ਟੈਸਟ ਉਹ ਪਾਸ ਕਰੇਗਾ। ਜੇ ਉਹਨਾਂ ਨੂੰ ਵੀਜ਼ਾ ਆਫਿਸਰ ਨੂੰ ਲੱਗਦਾ ਤਾਂ ਤੁਹਾਡਾ ਜਿਹੜਾ ਐਪਲੀਕੇਸ਼ਨ ਨੂੰ ਡਿਨਾਈ ਕਰ ਦਿੱਤਾ ਜਾਂਦਾ ਬਿਕੋਜ਼ ਉਹ ਕਹਿੰਦੇ ਨੇ ਵੀ ਤੁਸੀਂ ਇਹ ਬ੍ਰੀਚ ਕਰ ਜਾਓਗੇ। ਹਾਲੇ ਇੰਡੀਵਿਜੂਅਲ ਨੂੰ ਕੋਈ ਚਾਂਸ ਨਹੀਂ ਮਿਲਿਆ, ਇੱਕ ਐਕਸਪੈਕਟੇਸ਼ਨ ਹੁੰਦੀ ਹੈ ਐਪਲੀਕੇਸ਼ਨ ਦੇ ਵਿੱਚ। ਸੋ ਜਿਹੜੇ ਇੰਡੀਵਿਜੂਅਲ ਪਰਮਨੈਂਟ ਤੌਰ ਤੇ ਕੈਨੇਡਾ ਦੇ ਵਿੱਚ ਦਾਖਲ ਹੁੰਦੇ ਨੇ ਉਹਨਾਂ ਤੇ ਧਾਰਾ ਜਿਹੜੀ ਹੈ 179 ਨਹੀਂ ਲਾਗੂ ਹੁੰਦੀ ਨਾ। ਇਹਨਾਂ 'ਚ ਉਹ ਜਿਹੇ ਵੀ ਇੰਡੀਵਿਜੂਅਲ ਨੇ ਜਿਹੜੇ ਇੱਕ ਡਬਲ ਇਰਾਦੇ ਨਾਲ ਜਾਂ ਡਿਊਲ ਇੰਟੈਂਟ ਨਾਲ ਆਉਂਦੇ ਨੇ ਵੀ ਅੱਜ ਉਹ ਟੈਂਪਰੇਰੀ ਚੱਲੇ ਨੇ ਪਰ ਕੱਲ ਕਿਸੇ ਵਕਤ ਵੀ ਉਹ ਆਪਣੀ ਇਮੀਗ੍ਰੇਸ਼ਨ ਕੈਨੇਡਾ ਦੇ ਵਿੱਚ ਰਹਿੰਦੇ ਹੋਈ ਫਾਈਲ ਕਰ ਸਕਦੇ ਨੇ। ਜਿਵੇਂ ਕਿ ਹੁਣ ਕੋਈ ਸਟੂਡੈਂਟ ਹੈ ਕੈਨੇਡਾ ਦੇ ਵਿੱਚ ਦਾਖਲ ਹੁੰਦਾ ਤਾਂ ਡਿਊਲ ਇੰਟੈਂਟ ਤੇ ਕਰਕੇ ਦਾਖਲ ਹੁੰਦਾ, ਤਾਂ ਹੀ ਜਿਹੜਾ ਰਿਫਿਊਜ਼ਲ ਰੇਟ ਹੈ ਉਹ ਬਹੁਤ ਮਿਨੀਮਾਈਜ਼ ਹੋਇਆ ਹੋਇਆ, ਘਟਿਆ ਹੋਇਆ। ਵਰਕ ਪਰਮਿਟ ਤੇ ਕੈਨੇਡਾ ਕੋਈ ਦਾਖਲ ਹੁੰਦਾ, ਜਿਹੜਾ ਪਰਸੈਂਟੇਜ ਸਕਸੈਸ ਹੈ ਇੰਡੀਵਿਜੂਅਲ ਜਿਹੜਾ ਡਿਊਲ ਇੰਟੈਂਟ ਨਾਲ ਅਪਲਾਈ ਕਰ ਰਿਹਾ ਉਹਦਾ ਜ਼ਿਆਦਾ ਹੁੰਦਾ ਐਜ਼ ਕੰਪੇਅਰ ਟੂ ਜੇ ਕੋਈ ਇੰਡੀਵਿਜੂਅਲ ਕੱਚੇ ਤੌਰ ਤੇ ਕੈਨੇਡਾ ਵਿੱਚ ਦਾਖਲ ਹੋ ਰਿਹਾ ਤਾਂ ਉਹਦਾ ਰਿਫਿਊਜ਼ਲ ਰੇਟ ਹਾਈ ਹੋ ਜਾਂਦਾ। ਅੱਛਾ, ਹੋਣਾ ਉਲਟ ਨਹੀਂ ਚਾਹੀਦਾ ਜੀ। ਐਕਚੁਅਲੀ ਮੈਂ ਤਾਂ ਪਹਿਲਾਂ ਹੀ ਦੱਸ ਰਿਹਾ ਕਿ ਮੈਂ ਚੱਲਿਆ ਕੱਚਾ ਜੀ, ਪਰ ਜੇ ਕੋਈ ਚੰਗਾ ਮੌਕਾ ਮਿਲਿਆ ਮੈਂ ਪੱਕਾ ਵੀ ਹੋ ਸਕਦਾ ਜੀ। ਬਿਲਕੁਲ ਤੁਹਾਡਾ ਵੈਲਿਡ ਸਵਾਲ ਹੈ, ਵਧੀਆ ਸਵਾਲ ਹੈ। ਬਟ ਕੋਰਟ ਦੇ ਵਿੱਚ ਇਹ ਚੀਜ਼ਾਂ ਐਸਟੈਬਲਿਸ਼ ਹੋਈਆਂ ਸੀ ਜਦੋਂ ਇਹ ਮੁੱਦਾ ਕੋਰਟ ਦੇ ਵਿੱਚ ਗਿਆ ਸੀ ਤਾਂ ਧਾਰਾ 22 ਸਬਸੈਕਸ਼ਨ 2 ਇਸ ਨੂੰ ਚੈਲੰਜ ਕੀਤਾ ਗਿਆ ਸੀ ਵੀ ਇਹ ਜਿਹੜੇ ਇੰਡੀਵਿਜੂਅਲ ਜਿਹੜੇ ਟ੍ਰਾਂਜੀਸ਼ਨ 'ਚ ਨੇ ਵੀ ਅੱਜ ਉਹ ਟੈਂਪਰੇਰੀ ਕੈਨੇਡਾ ਦੇ ਵਿੱਚ ਦਾਖਲ ਹੋ ਰਹੇ ਨੇ, ਕੱਲ੍ਹ ਉਹਨਾਂ ਨੇ ਇਮੀਗ੍ਰੇਸ਼ਨ ਦਾਇਰ ਕਰਨੀ ਹੈ ਤਾਂ ਉਹਨਾਂ ਲਈ ਇਹ ਜਿਹੜੇ ਸੈਕਸ਼ਨ ਹੈਗਾ ਡਿਊਲ ਇੰਟੈਂਟ ਜਾਂ 22 ਹੈ ਉਹ ਇੱਕ ਨੈਗੇਟਿਵਲੀ ਉਹਨਾਂ ਦੀ ਐਪਲੀਕੇਸ਼ਨ ਨੂੰ ਇੰਪੈਕਟ ਕਰਦਾ। ਕੋਈ ਵੀਜ਼ਾ ਆਫਿਸਰ ਇਹ ਸਮਝਦਾ ਵੀ ਇਹ ਇੰਡੀਵਿਜੂਅਲ ਜੇ ਅੱਜ ਕੈਨੇਡਾ ਜਾਏਗਾ ਇਹਨੂੰ ਇਮੀਗ੍ਰੇਸ਼ਨ ਤਾਂ ਅੱਜ ਮਿਲੀ ਨਹੀਂ, ਕੱਲ੍ਹ ਨੂੰ ਇਹਨੂੰ ਨਹੀਂ ਮਿਲੀ ਤਾਂ ਇੱਕ ਇਰਾਦਾ ਵੀ ਇਹਦਾ ਜਿਹੜਾ ਹੈਗਾ ਇੱਕ ਕੁਐਸਚਨ ਦੇ ਵਿੱਚ ਆ ਜਾਂਦਾ। ਸੋ ਕੋਰਟ ਨੇ ਕਿਹਾ ਸੀ ਵੀਜ਼ਾ ਆਫਿਸਰ ਨੂੰ ਇੰਸਟਰਕਸ਼ਨ ਪਾਸ ਔਨ ਕੀਤੀ ਸੀ ਵੀ ਜਦੋਂ ਕੋਈ ਇੰਡੀਵਿਜੂਅਲ ਪਰਮਨੈਂਟ ਕੁਆਲੀਫਾਈ ਕਰਦਾ ਕੈਨੇਡਾ ਆਉਣ ਦੇ ਲਈ ਔਰ ਉਹਨੇ ਐਪਲੀਕੇਸ਼ਨ ਦਾਇਰ ਕੀਤੀ ਹੋਈ ਹੈ ਡਿਊਲ ਇੰਟੈਂਟ 'ਚ ਉਹ ਆ ਗਿਆ ਤਾਂ ਤੁਸੀਂ 179 ਨੂੰ ਰਿਜਿਡਲੀ ਅਪਲਾਈ ਨਹੀਂ ਕਰਨਾ। ਸੋ ਇਹ ਨੋਨ ਫੈਕਟ ਹੈ, ਉਹ ਰਿਜਿਡਲੀ ਅਪਲਾਈ ਨਹੀਂ ਹੁੰਦਾ, ਇਸ ਕਰਕੇ ਜਿਹੜਾ ਸਕਸੈਸ ਰੇਟ ਹੈ ਉਹ ਡਰਾਸਟਿਕਲੀ ਇੰਪਰੂਵ ਹੋ ਜਾਂਦਾ ਐਪਲੀਕੇਸ਼ਨ ਦੇ ਵਿੱਚ। ਨਾਓ ਸਪਾਊਸਲ ਐਪਲੀਕੇਸ਼ਨ ਦੇ ਵਿੱਚ ਉਹਨਾਂ ਨੇ ਹੁਣ ਜਿਹੜਾ ਡਿਊਲ ਇੰਟੈਂਟ ਹੈ ਉਹਨੂੰ ਇੰਪਰੂਵ ਕਰਤਾ, ਵੈਲ ਐਸਟੈਬਲਿਸ਼ ਕਰਤਾ ਤੇ ਇੰਪਰੂਵ ਕਰਤਾ। ਇੰਪਰੂਵਮੈਂਟ 'ਚ ਉਹਨਾਂ ਨੇ ਕੀ ਕੀਤਾ, ਉਹਨੂੰ ਡਿਫਾਈਨ ਕਰਤਾ ਵੀ ਕਿਹੜੇ ਕੇਸਿਸ ਨੂੰ ਅਸੀਂ ਡਿਊਲ ਇੰਟੈਂਟ ਕੇਸ ਮੰਨਾਂਗੇ, ਸਪਾਊਸਲ ਸਪਾਂਸਰਸ਼ਿਪ। ਅਦਰਵਾਈਜ਼ ਤਾਂ ਇਸ ਤੋਂ ਪਹਿਲਾਂ ਜਦੋਂ ਇਹ ਚੀਜ਼ ਨਿਖਰ ਕੇ ਨਹੀਂ ਆਈ ਸੀ, ਆਮ ਕਰਕੇ ਵਿਅਕਤੀ ਜਦੋਂ ਕਿਸੇ ਦਾ ਸਪਾਊਸਲ ਐਪਲੀਕੇਸ਼ਨ ਲੱਗੀ ਹੁੰਦੀ ਸੀ, ਕਿਉਂਕਿ ਜਦੋਂ ਤੁਸੀਂ ਵਿਆਹ ਕਰਾ ਲੈਂਦੇ ਹੋ ਤਾਂ ਤੁਹਾਨੂੰ ਇਹ ਵੀ ਸਾਬਤ ਕਰਨਾ ਪੈਂਦਾ ਵੀ ਤੁਸੀਂ ਸਪਾਊਸਲ ਐਪਲੀਕੇਸ਼ਨ ਜੇ ਸਕਸੈਸਫੁਲ ਤਾਂ ਹੁੰਦੀ ਹੈ ਜੇ ਤੁਸੀਂ ਐਸਟੈਬਲਿਸ਼ ਕਰਦੇ ਹੋ ਤੁਸੀਂ ਮੈਂਬਰ ਆਫ ਦ ਫੈਮਿਲੀ ਕਲਾਸ ਹੋ। ਇਹ ਨਹੀਂ ਹੈਗਾ ਵੀ ਤੁਸੀਂ ਇੱਕ ਸਿਰਫ ਵਿਆਹ ਕਰਾ ਲਿਆ ਸਰਟੀਫਿਕੇਟ ਹੋਣ ਦੇ ਨਾਲ ਤੇ ਤੁਹਾਡੀ ਕੈਨੇਡੀਅਨ ਜਿਹੜੀ ਸਪਾਊਸਲ ਸਪਾਂਸਰਸ਼ਿਪ ਆ ਪੱਕੀ ਹੋ ਗਈ ਜੀ, ਕਿਉਂਕਿ ਉਹ ਚੀਜ਼ ਵੀ ਖਾਰਿਜ ਹੋ ਸਕਦੀ ਹੈ। ਜੇ ਤੁਸੀਂ ਮੈਂਬਰ ਆਫ ਦ ਫੈਮਿਲੀ ਕਲਾਸ ਆਪਦੇ ਆਪ ਨੂੰ ਐਸਟੈਬਲਿਸ਼ ਨਹੀਂ ਕਰ ਪਾਉਂਦੇ ਤਾਂ ਤੁਹਾਡੀ ਜਿਹੜੀ ਵਿਆਹ ਮੰਨਿਆ ਜਾਂਦਾ ਪਰ ਤੁਸੀਂ ਕੈਨੇਡਾ ਦੀ ਇਮੀਗ੍ਰੇਸ਼ਨ ਨਹੀਂ ਲੈ ਸਕਦੇ। ਇਸੇ ਕਰਕੇ ਹੁਣ ਜਿਹੜਾ ਉਹਨਾਂ ਨੇ ਜਿਹੜਾ ਇਹਦੇ ਇਸ ਡੈਫੀਨੇਸ਼ਨ ਨੂੰ ਨਿਖਾਰਿਆ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜੇ ਵਿਅਕਤੀ ਦੀ ਐਪਲੀਕੇਸ਼ਨ ਸਪਾਊਸਲ ਸਪਾਂਸਰਸ਼ਿਪ ਐਪਲੀਕੇਸ਼ਨ ਅਪਰੂਵਲ ਇਨ ਪ੍ਰਿੰਸੀਪਲ ਹੋ ਚੁੱਕੀ ਹੈ, ਮੀਨਿੰਗ ਕੈਨੇਡਾ ਤੋਂ ਉਹਨਾਂ ਦੀ ਐਪਲੀਕੇਸ਼ਨ ਜਿਹੜੀ ਹੈ ਸਪਾਂਸਰ ਦੀ ਉਹ ਅਪਰੂਵ ਹੋ ਚੁੱਕੀ ਹੈ, ਪਲੱਸ ਸੈਕੰਡ ਸਟੇਜ ਤੇ ਜਿਹੜੀ ਸਪਾਊਸਲ ਸਪਾਂਸਰਸ਼ਿਪ ਹੈ ਉਹਦੀ ਅਪਰੂਵਲ ਇਨ ਪ੍ਰਿੰਸੀਪਲ ਆ ਚੁੱਕਿਆ ਤਾਂ ਉਹ ਇਸ ਐਪਲੀਕੇਸ਼ਨ ਲਈ ਕੁਆਲੀਫਾਈ ਕਰਦੇ ਨੇ। ਇਸ ਤੋਂ ਇਲਾਵਾ ਜਿਹੜੇ ਇੰਡੀਵਿਜੂਅਲ ਕੈਨੇਡਾ ਦੇ ਵਿੱਚ ਆਪਣੇ ਜੀਵਨ ਸਾਥੀ ਨੂੰ ਬੁਲਾਉਣਾ ਚਾਹੁੰਦੇ ਨੇ, ਜਿਵੇਂ ਕਿ ਉਹਨਾਂ ਦੀ ਐਪਲੀਕੇਸ਼ਨ ਜਿਹੜੀ ਹੈ ਸਪਾਊਸਲ ਸਪਾਂਸਰਸ਼ਿਪ ਦੀ ਲੱਗੀ ਹੋਈ ਹੈ, ਫਾਈਨਲ ਸਟੇਜਸ ਦੇ ਉੱਤੇ ਹੈ, ਲੱਗੀ ਨੂੰ ਕਾਫੀ ਸਮਾਂ ਹੋ ਗਿਆ ਪਰ ਉਹਨਾਂ ਨੂੰ ਇਹ ਲੱਗਦਾ ਵੀ ਉਹਦੇ ਸਪਾਊਸ ਨੂੰ ਵਿਜ਼ਿਟਰ ਵੀਜ਼ਾ ਤੇ ਕੈਨੇਡਾ ਆਉਣਾ ਚਾਹੀਦਾ ਤਾਂ ਉਹ ਇਹ ਐਪਲੀਕੇਸ਼ਨ ਦਾਇਰ ਕਰ ਸਕਦੇ ਨੇ। ਸਿਰਫ ਉਹਨਾਂ ਨੇ ਇਹ ਐਸਟੈਬਲਿਸ਼ ਕਰਨਾ ਵੀ ਉਹ ਹੋਸਟ ਹੋਣਗੇ, ਉਹਨਾਂ ਨੇ ਰਹਿਣ ਦਾ ਇੰਤਜ਼ਾਮ ਦਾ ਐਸਟੈਬਲਿਸ਼ ਕਰਨਾ ਵੀ ਕਿੱਥੇ ਰਹਿਣਗੇ। ਇਸ ਤੋਂ ਇਲਾਵਾ ਜੇ ਉਹਨਾਂ ਨੂੰ ਵਾਪਸ ਜਾਣਾ ਪਿਆ ਤਾਂ ਇਹ ਜਿਹੜਾ ਕਲੌਜ਼ ਹੈ ਵੀ ਵੀਜ਼ਾ ਆਫਿਸਰ ਇਹ ਚੀਜ਼ ਪਰਖੇ ਵੀ ਇੰਡੀਵਿਜੂਅਲ ਵਾਪਸ ਜਾਏਗਾ ਜਾਂ ਨਹੀਂ ਜਾਏਗਾ। ਉਹਨੇ ਸਿਰਫ ਇਹ ਚੀਜ਼ ਪਰਖਣੀ ਹੈ ਵੀ ਜੇ ਕੇਸ ਰਿਫਿਊਜ਼ ਹੋ ਜਾਂਦਾ ਉਸ ਵਕਤ ਵਾਪਸ ਜਾਏਗਾ ਕਿ ਨਹੀਂ ਜਾਏਗਾ।
ਸੋ ਇਹ ਡੈਫੀਨੇਸ਼ਨ ਦੇ ਵਿੱਚ ਚੇਂਜ ਹੈ, ਮੇਜਰ ਚੇਂਜ ਹੈ। ਅੱਛਾ, ਮੈਨੂੰ ਹੁਣ ਇਹ ਦੱਸਿਓ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਬਹੁਤ ਵਧੀਆ ਵਿਸਥਾਰ ਨਾਲ ਬਰੀਕੀ ਨਾਲ ਦੱਸ ਰਹੇ ਹੋ, ਲਗਭਗ ਇਹੀ ਸ਼ੰਕੇ ਹੁੰਦੇ ਆ ਕਿ ਕਈ ਵਾਰੀ ਸਮਝ ਨਹੀਂ ਜਿਹੜੇ ਆਉਂਦੇ ਜੀ। ਹੁਣ ਮੰਨ ਲਓ ਕਿਸੇ ਵਿਅਕਤੀ ਦਾ ਉੱਥੇ ਮੰਗਣਾ ਹੀ ਹੋਇਆ ਸੀ ਜੀ, ਕਿਉਂਕਿ ਆਪਾਂ ਪਿਛਲੀ ਵਾਰੀ ਵੇਖਿਆ ਕਿ ਜਦੋਂ ਰਿਸਟ੍ਰਿਕਸ਼ਨ 'ਚ ਲੱਗੀਆਂ ਸੀ ਤਾਂ ਕੁਝ ਇੱਕ ਢਿੱਲਾਂ ਦਿੱਤੀਆਂ ਸੀ ਕਿ ਜੇ ਤੁਸੀਂ 1 ਸਾਲ ਤੋਂ ਵੱਧ ਲਿਵ ਇਨ ਰਿਲੇਸ਼ਨ ਦੇ ਵਿੱਚੋਂ ਤਾਂ ਤੁਸੀਂ ਆਪਣੇ ਸਪਾਊਸ ਨੂੰ ਬੁਲਾ ਸਕਦੇ ਜੀ। ਮੰਨ ਲਓ ਕਿਸੇ ਦੀ ਅੰਗੇਜਮੈਂਟ ਹੋਈ ਹੈ ਪਰ ਉਹਨੂੰ ਲੱਗਦਾ ਹੈ ਕਿ ਯਾਰ ਹੁਣ ਹਜੇ ਵਿਆਹ ਮੈਂ ਧੂਮ ਧੜੱਕੇ ਨਾਲ ਕਰਨਾ ਸੀ, ਮੈਂ ਵਿਆਹ ਹਲੇ ਕਰਾਉਣਾ ਹੀ ਨਹੀਂ ਚਾਹੁੰਦਾ, ਮੈਂ ਚਾਹੁੰਦਾ ਕਿ ਆਪਣੇ ਸਪਾਊਸ ਨੂੰ ਇੱਥੇ ਸੱਦ ਲਾਂ। ਜੇ ਉਹ ਵਿਜ਼ਟਰ ਵੀਜ਼ਾ ਅਪਲਾਈ ਕਰਦਾ, ਚਾਂਸਸ ਕਿਹੋ ਜਿਹੇ ਹੁੰਦੇ ਜੀ, ਬ੍ਰਾਈਟ ਹੁੰਦੇ ਆ ਜਾਂ ਕਿਵੇਂ ਹੋਏਗਾ? ਨੋ ਬਾਈ ਜੀ, ਉਹ ਇੱਕ ਡਿਫਰੈਂਟ ਐਪਲੀਕੇਸ਼ਨ ਬਣ ਜਾਣੀ ਹੈ। ਕਿਉਂਕਿ ਮੈਂ ਤੁਹਾਨੂੰ ਜੇ ਥੋੜਾ ਬੈਕਗਰਾਊਂਡ ਸਮਝਾਵਾਂ, ਜਿਹੜੀ ਸਪਾਊਸਲ ਸਪਾਂਸਰਸ਼ਿਪ ਐਪਲੀਕੇਸ਼ਨ ਹੈ, 3 ਤਰ੍ਹਾਂ ਦੇ ਜਿਹੜੇ ਰਿਲੇਸ਼ਨਸ਼ਿਪ ਨੇ ਉਹਦੇ ਚ ਆ ਜਾਂਦੇ ਨੇ। ਪਹਿਲਾ ਹੈਗਾ ਵੀ ਤੁਸੀਂ ਲੀਗਲੀ ਮੈਰਿਡ ਹੋ ਇੱਕ ਦੂਜੇ ਨਾਲ, ਜਿਸ ਕੰਟਰੀ ਦੇ ਵਿੱਚ ਉਹ ਵਿਆਹ ਹੋਇਆ ਉੱਥੇ ਵੀ ਲੀਗਲੀ ਵੈਲਿਡ ਹੋਣਾ ਚਾਹੀਦਾ, ਪਲੱਸ ਉਹ ਕੈਨੇਡਾ 'ਚ ਵੀ ਵੈਲਿਡ ਹੋਣਾ ਚਾਹੀਦਾ। ਸੈਕਿੰਡ ਕੰਡੀਸ਼ਨ ਹੈ ਵੀ ਜੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਜੇ ਤੁਸੀਂ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿੰਦੇ ਹੋ ਜੀ, ਕਾਮਨ ਲਾਅ ਪਾਰਟਨਰ, ਸੋ ਉਹ ਜਿਹੜੇ ਕਾਮਨ ਲਾਅ ਪਾਰਟਨਰਸ ਨੇ, ਯੈਸ ਉਹਨੂੰ ਐਕਨੋਲੇਜ ਕੀਤਾ ਜਾਂਦਾ, ਉਹਨੂੰ ਐਜ਼ ਗੁੱਡ ਐਜ਼ ਅ ਸਪਾਊਸਲ ਸਪਾਂਸਰਸ਼ਿਪ ਹੀ ਮੰਨਿਆ, ਐਜ਼ ਗੁੱਡ ਐਜ਼ ਅ ਸਪਾਊਸ ਹੀ ਮੰਨਿਆ ਜਾਂਦਾ। ਜੇ ਤੁਸੀਂ 1 ਸਾਲ ਤੋਂ ਇਕੱਠੇ ਰਹਿ ਗਏ ਹੋ ਤੇ ਤੁਹਾਡੇ ਰਿਲੇਸ਼ਨਸ਼ਿਪ 'ਚ ਇੰਟਰਡਿਪੈਂਡੈਂਸੀ ਹੈਗੀ ਹੈ। ਤੀਜੇ ਰਿਲੇਸ਼ਨਸ਼ਿਪ ਹੈਗੇ ਜਿਹੜੇ ਕੌਨਜੂਗਲ ਰਿਲੇਸ਼ਨਸ਼ਿਪਸ ਨੇ, ਇਹ ਵੀ ਕੁਆਲੀਫਾਈ ਕਰਦੇ ਨੇ। ਸੋ ਇਹਦੇ 'ਚ ਉਹ ਰਿਲੇਸ਼ਨਸ਼ਿਪਸ ਆ ਜਾਂਦੇ ਨੇ ਵੀ ਜਿਹੜੇ ਹੈਗੇ ਇੱਕ ਦੂਜੇ ਤੇ ਇੰਟਰਡਿਪੈਂਡੈਂਟ ਹੈ, ਪਰ ਲਿਵ ਇਨ ਜ਼ਰੂਰੀ ਨਹੀਂ ਹੈ ਵੀ ਲਿਵ ਇਨ ਹੋਣੇ ਚਾਹੀਦੇ ਆ, ਉਹ ਸੈਪਰੇਟ ਵੀ ਰਹਿ ਸਕਦੇ ਆ ਇੱਕ ਦੂਜੇ ਤੋਂ। ਫॉर द ਫੈਕਟ ਵੀ ਜਿਸ ਕੰਟਰੀ ਦੇ ਵਿੱਚ, ਮੈਂ ਹੁਣ ਇੱਕ ਐਗਜ਼ਾਮਪਲ ਦੇ ਕੇ ਸਮਝਾਉਣਾ ਹੋਵੇ ਵੀ ਤੁਸੀਂ ਹੈਗੇ ਰਿਲੇਸ਼ਨਸ਼ਿਪ 'ਚੋਂ ਪਰ ਤੁਸੀਂ ਇਕੱਠੇ ਇਸ ਲਈ ਨਹੀਂ ਰਹਿ ਸਕਦੇ ਕਿਉਂਕਿ ਇੱਕ ਮੁੱਦਾ ਸੇਮ ਸੈਕਸ ਮੈਰਿਜ ਫॉर ਐਗਜ਼ਾਮਪਲ, ਤੁਸੀਂ ਸੇਮ ਜੈਂਡਰ ਰਿਲੇਸ਼ਨਸ਼ਿਪ 'ਚੋਂ, ਤਾਂ ਫਿਰ ਉੱਥੇ ਜਿਸ ਕੰਟਰੀ ਦੇ ਵਿੱਚ ਤੁਸੀਂ ਰਹਿ ਰਹੇ ਹੋ ਉੱਥੇ ਇਕੱਠਾ ਰਹਿਣਾ ਤੁਹਾਨੂੰ ਸੰਭਵ ਨਹੀਂ ਹੈ, ਉਹ ਇੱਕ ਵੈਲਿਡ ਰੀਜ਼ਨ ਹੈ। ਸੋ ਉਹ ਕੌਨਜੂਗਲ ਪਾਰਟਨਰਸ਼ਿਪ ਜਿਹੜਾ ਪਾਰਟਨਰਸ ਦਾ ਜਿਹੜਾ ਰਸਤਾ ਹੈਗਾ, ਉਹ ਗੇਟਵੇ ਅਪਣਾ ਕੇ ਇਹ ਜਿਹੜੀ ਸਪਾਊਸਲ ਸਪਾਂਸਰਸ਼ਿਪ ਐਪਲੀਕੇਸ਼ਨ ਉਹ ਦਾਇਰ ਕਰ ਸਕਦੇ ਨੇ ਔਰ ਕੈਨੇਡਾ ਦੇ ਵਿੱਚ ਆ ਸਕਦੇ ਨੇ। ਨਾਓ ਜਿਹੜੇ ਸਪਾਊਸਸ, ਜਦੋਂ ਤੁਸੀਂ ਸਪਾਊਸਲ ਸਪਾਂਸਰਸ਼ਿਪ ਦਾਇਰ ਕਰ ਰਹੇ ਹੋ ਤਾਂ ਉਸ ਵਕਤ ਤੁਸੀਂ ਇਸਟੈਬਲਿਸ਼ ਕਰਨੇ ਨੇ ਆਪਣੇ ਜਿਹੜਾ ਰਿਲੇਸ਼ਨਸ਼ਿਪ ਹੈ, ਔਰ ਦੂਸਰਾ ਤੁਸੀਂ ਇਸਟੈਬਲਿਸ਼ ਕਰਨਾ ਆਪਣਾ ਇਰਾਦਾ। ਜੇ ਦੋਨੇ ਪ੍ਰੋਂਗਸ ਤੁਸੀਂ ਮੀਟ ਕਰ ਲੈਂਦੇ ਹੋ ਇਹ ਤਿੰਨੇ ਕੈਟਾਗਰੀਜ਼ ਦੇ ਵਿੱਚ, ਤਾਂ ਤੁਸੀਂ ਕੈਨੇਡਾ ਦੇ ਵਿੱਚ ਆ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈਗੀ ਤੁਹਾਨੂੰ। ਸੋ ਹੁਣ ਮੈਂ ਵੇਖ ਰਿਹਾ ਕਿ ਸਮਾਂ ਲਗਭਗ ਸਮਾਪਤੀ ਦੇ ਕਿਨਾਰੇ ਤੇ ਜਾ ਰਿਹਾ। ਬਹੁਤ ਸਾਰੇ ਲੜਕੇ ਲੜਕੀ ਇਹਨਾਂ ਨੇ ਵਿਆਹ ਕਰਵਾਏ ਹੋਏ ਨੇ, ਤੁਸੀਂ ਡਿਟੇਲਡ ਜਾਣਕਾਰੀ ਦਿੱਤੀ ਹੈ, ਪਰ ਜੇਕਰ ਉਹਨਾਂ ਨੇ ਅੱਜ ਮੰਨ ਲਓ ਐਪਲੀਕੇਸ਼ਨ ਲਾਉਣੀ ਚਾਹੁੰਦੇ ਆ, ਪਹਿਲੀ ਗੱਲ ਤਾਂ ਇਹ ਦੱਸੋ ਕਿ ਲਾਈ ਜਾ ਸਕਦੀ ਹੈ, ਲਈਆਂ ਜਾ ਰਹੀਆਂ ਨੇ ਐਪਲੀਕੇਸ਼ਨ ਜਾਂ ਉਹਨਾਂ ਨੂੰ ਹਲੇ ਇੰਤਜ਼ਾਰ ਕਰਨਾ ਪਏਗਾ? ਜੀ, ਜਿਹੜਾ ਸਪਾਊਸਲ ਸਪਾਂਸਰਸ਼ਿਪ ਦਾ ਜਿਹੜਾ ਇੰਤਜ਼ਾਰ ਹੈ ਉਹ ਬਹੁਤ ਲੰਬਾ ਹੋਏਗਾ, ਹਾਲੇ ਵੀ ਬਹੁਤ ਲੰਬਾ ਹੋਏਗਾ, ਬਿਕੋਜ਼ ਐਪਲੀਕੇਸ਼ਨ ਦਾ ਬੈਕਲੌਗ ਬਹੁਤ ਵੱਡਾ ਹੋ ਗਿਆ। ਪਿਛਲੇ ਜਿਹੜੇ ਸਟੈਟਸ ਨੇ 2019 ਦੇ ਵਿੱਚ 90,000 ਜਿਹੜੀਆਂ ਸੀ ਸਪਾਊਸਸ ਕੈਨੇਡਾ ਦੇ ਵਿੱਚ ਦਾਖਲ ਹੋਈਆਂ ਸੀ, ਵਿਚ ਇਜ਼ ਅ ਹਿਊਜ ਨੰਬਰ। ਇਸ ਵਕਤ ਜਿਹੜਾ ਰਿਲੀਜ਼ ਕਰਨਾ ਉਹਨਾਂ ਨੇ 2020 'ਚ ਕਿਵੇਂ ਇੰਪੈਕਟ ਕੀਤਾ, ਬਟ ਆਪਾਂ ਨੂੰ ਪਤਾ ਵੀ ਪਿਛਲੇ ਸਿੰਸ ਮਾਰਚ ਤੋਂ ਲੈ ਕੇ ਹੁਣ ਤੱਕ ਆਲਮੋਸਟ ਡੈਡ ਸਟਾਪ ਹੈ, ਬਹੁਤ ਰਿਸਟ੍ਰਿਕਟਡ ਹੈ। ਸੋ ਇਸੇ ਕਰਕੇ ਗਵਰਨਮੈਂਟ ਨੇ ਇੱਕ ਪਾਥਵੇ ਖੋਲ੍ਹਿਆ ਵੀ ਟੈਂਪਰੇਰੀ ਤੌਰ ਤੇ ਤੁਸੀਂ ਇਕੱਠੇ ਹੋ ਸਕਦੇ ਹੋ ਉਹਦੇ ਸਪਾਊਸ ਨੂੰ, ਬਜਾਏ ਤੁਸੀਂ ਵੀ ਵੇਟ ਕਰਦੇ ਰਹੋ ਜਾਂ ਤੁਸੀਂ ਜਿਹੜੇ ਬਾਰ-ਬਾਰ ਜਿਹੜਾ ਡਿਪਾਰਟਮੈਂਟ ਨੂੰ ਤੁਸੀਂ ਮੈਸੇਜ ਕਰਦੇ ਹੋ ਜਾਂ ਕਾਲ ਕਰਦੇ ਹੋ, ਆਪਣੀ ਫਰਸਟ੍ਰੇਸ਼ਨ ਜ਼ਾਹਰ ਕਰਦੇ ਹੋ ਵੀ ਮੇਰੇ ਵਿਆਹ ਦੇ ਕੇਸ ਦਾ ਫੈਸਲਾ ਜਿਹੜਾ ਜਲਦੀ ਦਿਓ, ਤਾਂ ਸਰਕਾਰ ਨੇ ਇੱਕ ਸੈਕੰਡ ਰਾਊਟ ਖੋਲ੍ਹਿਆ ਤੁਹਾਡੇ ਲਈ। ਤਾਂ ਇਹ ਆਪਸ਼ਨ ਜਿਹੜੀ ਹੈ ਚੂਜ਼ ਕਰ ਸਕਦੇ ਹੋ, ਤੁਸੀਂ ਵਿਆਹ ਕੀਤਾ ਹੋਇਆ ਜਾਂ ਕਾਮਨ ਲਾਅ 'ਚੋਂ ਜਾਂ ਕੌਨਜੂਗਲ ਪਾਰਟਨਰਸ਼ਿਪ ਰਿਲੇਸ਼ਨਸ਼ਿਪ 'ਚੋਂ, ਤਾਂ ਤੁਸੀਂ ਫਿਰ ਜਿਹੜੀ ਇਹ ਟੈਂਪਰੇਰੀ ਵੀਜ਼ਾ ਹੈਗਾ ਇਹ ਲੈ ਸਕਦੇ ਹੋ। ਔਰ ਸਰਕਾਰ ਨੇ ਇਹਦੇ ਤੇ ਸਪੈਸ਼ਲ ਇਨਸਟਰਕਸ਼ਨਸ ਵੀ ਦਿੱਤੀਆਂ ਹੋਈਆਂ ਨੇ ਵੀ ਕਿਹੜੇ ਵਿਅਕਤੀ ਇਹ ਐਪਲੀਕੇਸ਼ਨ ਦਾਇਰ ਕਰ ਸਕਦੇ ਨੇ, ਔਰ ਖਾਸ ਕਰਕੇ ਵੀਜ਼ਾ ਪੋਸਟ ਇਨਸਟਰਕਸ਼ਨਸ ਆਲਰੇਡੀ ਜਾ ਚੁੱਕੇ ਨੇ ਔਰ ਕਾਫੀ ਇਹਦੇ ਸਕਸੈਸਫੁਲ ਰਿਜ਼ਲਟਸ ਨੇ, ਜਿਵੇਂ ਸੁਪਰ ਵੀਜ਼ਾ ਦੇ ਆਪਾਂ ਦੇਖਦੇ ਹਾਂ। ਸੋ ਉਸੇ ਤਰ੍ਹਾਂ ਦੇ ਇਹਦੇ ਰਿਜ਼ਲਟਸ ਨੇ ਜਿਹੜੇ ਐਕਸਪੈਕਟਡ ਕੀਤੇ ਜਾਣਗੇ, ਔਰ ਤੁਸੀਂ ਆਪਣੇ ਵਾਈਫ ਨੂੰ ਜਾਂ ਆਪਣੇ ਹਸਬੈਂਡ ਨੂੰ ਕੈਨੇਡਾ ਦੇ ਵਿੱਚ ਬੁਲਾ ਸਕਦੇ ਹੋ। ਜੀ ਬਾਈ ਜੀ, ਗੱਲਬਾਤ ਕਰਦੇ ਕਰਦੇ ਸਮਾਂ ਲਗਭਗ ਸਮਾਪਤ ਹੋ ਗਿਆ। ਜਾਣ ਤੋਂ ਪਹਿਲਾਂ ਤੁਹਾਡੇ ਨਾਲ ਭਾਵੇਂ ਸਪਾਊਸ ਹੋਵੇ ਕੋਈ, ਉਹਨੇ ਆਪਣੇ ਹਸਬੈਂਡ ਵਾਈਫ ਨੂੰ ਸੱਦਣ ਦੇ ਬਾਬਤ ਕੋਈ ਜਾਣਕਾਰੀ ਲੈਣੀ ਹੋਵੇ, ਸਟੂਡੈਂਟ ਵੀਜ਼ੇ ਤੇ ਲੈਣੀ ਹੋਵੇ ਜਾਂ ਕਿਸੇ ਹੋਰ ਕੈਟਾਗਰੀ ਦੀ ਲੈਣੀ ਹੋਵੇ, ਸਭ ਤੋਂ ਵਧੀਆ ਰਾਬਤਾ ਕਰਨ ਦਾ ਢੰਗ ਤਰੀਕਾ ਕੀ ਹੈ ਜੀ? ਸਭ ਤੋਂ ਵਧੀਆ ਹੈਗਾ ਬਾਈ ਜੀ, ਸਾਡੇ ਵੈਬਸਾਈਟ ਹੈ www.cwccanada.com, ਅਤੇ ਉੱਥੇ ਜਾ ਕੇ ਤੁਸੀਂ ਸਾਡੇ ਜਿਹੜਾ ਨੇੜਲੇ ਆਫਿਸ ਹੈ ਉੱਥੇ ਜਾ ਕੇ ਤੁਸੀਂ ਫ਼ੋਨ ਕਰ ਸਕਦੇ ਹੋ। ਇਹ ਇਨਫੋਰਮੇਸ਼ਨ ਜਿਹੜੀ ਹੈ ਇਹ ਕੌਨਫੀਡੈਂਸ਼ੀਅਲ ਹੁੰਦੀ ਹੈ, ਤੁਸੀਂ ਸਾਂਝੀ ਕਰ ਸਕਦੇ ਹੋ। ਤੁਸੀਂ ਕੇਸ ਭਾਵੇਂ ਕਿਤੋਂ ਵੀ ਫਾਈਲ ਕੀਤਾ ਹੋਇਆ, ਇਸ ਬਾਬਤ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੈ ਉਹ ਫ੍ਰੀ ਆਫ ਕਾਸਟ ਸਾਡੇ ਵੱਲੋਂ ਜਾਣਕਾਰੀ ਦਿੱਤੀ ਜਾਂਦੀ ਹੈ।
ਔਰ ਜੇ ਤੁਹਾਡਾ ਕੇਸ ਇਹ ਵੀ ਬਹੁਤ ਕਾਮਨ ਸਵਾਲ ਹੈ ਵੀ ਜੇ ਮੈਂ ਆਪਣੇ ਵਿਆਹ ਵਾਲਾ ਕੇਸ ਲੱਗਿਆ ਹੋਇਆ ਤੇ ਮੈਂ ਆਪਣੇ ਸਪਾਊਸ ਨੂੰ ਸਪਾਂਸਰਸ਼ਿਪ ਕਰਤੀ ਤੇ ਕੱਲ ਨੂੰ ਰੱਬ ਨਾ ਕਰਕੇ ਮੇਰੀ ਜਿਹੜੀ ਐਪਲੀਕੇਸ਼ਨ ਹੈ ਵਿਜ਼ਿਟਰ ਵੀਜ਼ਾ ਦੀ ਵਾਈਫ ਦੀ ਉਹ ਰਿਫਿਊਜ਼ ਕਰ ਦਿੰਦੇ ਆ, ਕੀ ਮੇਰੇ ਇਹ ਕੇਸ ਤੇ ਇੰਪੈਕਟ ਆਏਗਾ ਕਿ ਨਹੀਂ ਆਏਗਾ? ਇਹਦੇ ਤੇ ਕੋਈ ਇੰਪੈਕਟ ਨਹੀਂ ਆਏਗਾ ਜੀ। ਸੋ ਉਹ ਇੱਕ ਬਿਲਕੁਲ ਵੱਖਰੀ ਐਪਲੀਕੇਸ਼ਨ ਹੈ ਔਰ ਤੁਸੀਂ ਆਪਣਾ ਇਰਾਦਾ ਜ਼ਾਹਰ ਕਰ ਦਿਓ। ਉਹ ਬਲਕਿ ਤੁਹਾਡੇ ਜੈਨੂਇਨਨੈਸ ਆਫ ਰਿਲੇਸ਼ਨਸ਼ਿਪ ਨੂੰ ਵੀ ਜ਼ਾਹਰ ਕਰਦੀ ਹੈ ਵੀ ਤੁਸੀਂ ਇੱਕ ਦੂਜੇ ਦੇ ਨਾਲ ਇਕੱਠੇ ਰਹਿਣਾ ਚਾਹੁੰਦੇ ਹੋ, ਇੱਕ ਛੱਤ ਥੱਲੇ ਰਹਿਣਾ ਚਾਹੁੰਦੇ ਹੋ, ਤਾਂ ਤੁਹਾਡਾ ਜਿਹੜਾ ਐਪਲੀਕੇਸ਼ਨ ਦਾ ਬੇਸਿਸ ਹੈ ਉਹ ਚੇਂਜ ਨਹੀਂ ਹੋ ਰਿਹਾ। ਸੋ ਇਸ ਕਰਕੇ ਜਿਹੜੀ ਵੀਜ਼ਾ ਆਫਿਸਰ ਦੇ ਡਿਸੀਜਨ ਦੇ ਉੱਤੇ ਕੋਈ ਫਰਕ ਨਹੀਂ ਪਏਗਾ। ਔਰ ਖਾਸ ਕਰਕੇ ਜਿਹੜੀਆਂ ਇਹਨਾਂ ਐਪਲੀਕੇਸ਼ਨ ਜਦੋਂ ਵਿਜ਼ਿਟਰ ਵੀਜ਼ਾ ਤੁਸੀਂ ਆਪਣੀ ਵਾਈਫ ਦਾ ਅਪਲਾਈ ਕਰੋਗੇ ਤਾਂ ਕੁਇਕ ਰਿਵਿਊ ਕਰਨਾ ਪਏਗਾ ਵੀਜ਼ਾ ਆਫਿਸਰ ਨੂੰ ਤੁਹਾਡੀ ਐਪਲੀਕੇਸ਼ਨ ਦੇ ਉੱਤੇ। ਔਰ ਇਹ ਐਪਲੀਕੇਸ਼ਨਸ ਜਿਹੜੀਆਂ ਨੇ ਜਿਹੜੀਆਂ ਜਦੋਂ ਤੁਸੀਂ ਦਾਇਰ ਕਰਦੇ ਹੋ ਤਾਂ ਅਪਰੂਵਲ ਇਨ ਪ੍ਰਿੰਸੀਪਲ ਐਪਲੀਕੇਸ਼ਨਸ ਨੇ। ਸੋ ਜਿਹਦੇ ਕਰਕੇ ਤੁਹਾਡੇ ਜਿਹੜੇ ਸਪਾਊਸ ਨੇ ਉਹ ਕੈਨੇਡਾ ਦੇ ਵਿੱਚ ਤੁਹਾਨੂੰ ਜਲਦੀ ਜਿਹੜੇ ਜੁਆਇਨ ਇਨ ਕਰ ਸਕਦੇ ਨੇ। ਸੋ ਕੋਈ ਵੀ ਜਾਣਕਾਰੀ ਚਾਹੀਦੀ ਹੈ ਸਾਡੇ ਵੈਬਸਾਈਟ ਤੇ ਜਾ ਕੇ ਜਿਹੜਾ ਵੀ ਨੇੜਲੇ ਸਾਡਾ ਆਫਿਸ ਹੈ ਉਹਨੂੰ ਕੰਟੈਕਟ ਕੀਤਾ ਜਾ ਸਕਦਾ, ਭਾਵੇਂ ਤੁਹਾਡਾ ਕੇਸ ਜੇ ਤੁਸੀਂ ਕਰਨਾ ਚਾਹੁੰਦੇ ਹੋ ਜਾਂ ਤੁਹਾਡਾ ਕੇਸ ਰਿਫਿਊਜ਼ ਹੋ ਗਿਆ, ਅਪੀਲ ਕਰਨਾ ਚਾਹੁੰਦੇ ਹੋ। ਸੋ ਸਾਨੂੰ ਕਾਫੀ ਸਾਲਾਂ ਦਾ ਐਕਸਪੀਰੀਅੰਸ ਹੈ ਇਹਨਾਂ ਕੇਸਿਸ ਦੇ ਵਿੱਚ। ਜੀ ਸੋ ਬਾਈ ਜੀ, ਇਸ ਪੁਖਤਾ ਜਾਣਕਾਰੀ ਵਾਸਤੇ ਤੁਹਾਡਾ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਦੋਸਤੋ, ਇਹ ਸਨ CWC ਇਮੀਗ੍ਰੇਸ਼ਨ ਤੋਂ ਅਮਨ ਖਹਿਰਾ, ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਤੇ ਕਿਹੜੇ-ਕਿਹੜੇ ਸਟੈਪ ਤੇ ਕਦੋਂ ਕਿਵੇਂ ਲੈਣੇ ਚਾਹੀਦੇ ਨੇ। ਸੋ ਉਮੀਦ ਹੈ ਤੁਹਾਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਤੁਹਾਡੀ ਕੋਈ ਵੀ ਜਾਣਕਾਰੀ ਹੋਵੇ ਸਾਡੇ ਤੱਕ ਲਿਖਤੀ ਕਮੈਂਟ ਜ਼ਰੂਰ ਭੇਜਿਓ, ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ। ਤੇ ਹੁਣ ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜ਼ਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ। ਤੁਸੀਂ ਦੇਖਦੇ ਰਹੋ ਸਾਂਝਾ TV।